ਆਓ ਅੱਜ ਗੱਲ ਕਰਦੇ ਹਾਂ ਟ੍ਰੇਡਿੰਗ ਦੀ, ਪਰ ਉਸ ਤਰ੍ਹਾਂ ਨਹੀਂ ਜਿੱਦਾਂ ਆਮ ਤੌਰ ਤੇ ਹੁੰਦੀ ਹੈ। ਭਾਵਨਾਵਾਂ ਦੇ ਉਤਰਾ ਚੜਾਵ ਨਾਲ ਨਹੀਂ, ਸਗੋਂ ਇੱਕ ਪੱਕੀ ਯੋਜਨਾ ਨਾਲ। ਅੱਜ ਆਪਾਂ ਇੱਕ ਮਜ਼ਬੂਤ ਟ੍ਰੇਡਿੰਗ ਸਿਸਟਮ ਦਾ ਬਲੂਪ੍ਰਿੰਟ ਤਿਆਰ ਕਰਨ ਦੇ ਰਾਜ਼ ਖੋਲਾਂਗੇ। ਤਾਂ ਸਭ ਤੋਂ ਪਹਿਲਾਂ ਇੱਕ ਬੁਨਿਆਦੀ ਸਵਾਲ, ਕੀ ਸਫਲ ਟ੍ਰੇਡਿੰਗ ਇੱਕ ਕਲਾ ਹੈ ਜੋ ਬਸ ਅੰਦਰੋਂ ਆਵਾਜ਼ ਆਣ ਤੇ ਜਾਂ ਅੰਦਾਜ਼ੇ ਤੇ ਚਲਦੀ ਹੈ, ਜਾਂ ਫਿਰ ਇੱਕ ਆਰਕੀਟੈਕਚਰ ਹੈ ਜਿਸ ਨੂੰ ਇੱਕ ਇਮਾਰਤ ਵਾਂਗ ਸੋਚ ਸਮਝ ਕੇ ਨਿਯਮਾਂ ਨਾਲ ਬਣਾਇਆ ਜਾ ਸਕਦਾ ਹੈ? ਇਹੀ ਸਵਾਲ ਸਾਨੂੰ ਟ੍ਰੇਡਿੰਗ ਦੇ ਦੋ ਬਿਲਕੁਲ ਵੱਖ-ਵੱਖ ਰਾਹਾਂ ਤੇ ਲੈ ਕੇ ਜਾਂਦਾ ਹੈ। ਦੇਖੋ, ਇੱਕ ਪਾਸੇ ਹੈ ਜੁਆਰੀ, ਇਹ ਬਸ ਦਿਲ ਦੀ ਸੁਣਦਾ ਹੈ, ਭਾਵਨਾਵਾਂ ਤੇ ਚੱਲਦਾ ਹੈ, ਕੋਈ ਪਲਾਨ ਨਹੀਂ, ਕੋਈ ਯੋਜਨਾ ਨਹੀਂ, ਬਸ ਜੋ ਮਨ 'ਚ ਆਇਆ ਕਰ ਦਿੱਤਾ। ਤੇ ਦੂਜੇ ਪਾਸੇ ਹੈ ਆਰਕੀਟੈਕਟ, ਬਿਲਕੁਲ ਸਿਸਟਮ ਨਾਲ, ਪੱਕੇ ਨਿਯਮਾਂ ਨਾਲ, ਇੱਕ ਸਾਫ਼ ਸੁਥਰਾ ਬਲੂਪ੍ਰਿੰਟ ਬਣਾ ਕੇ ਤੇ ਪੂਰੇ ਅਨੁਸ਼ਾਸਨ ਨਾਲ ਕੰਮ ਕਰਦਾ ਹੈ। ਆਪਣਾ ਮਕਸਦ ਇਸ ਆਰਕੀਟੈਕਟ ਵਾਲੀ ਸੋਚ ਨੂੰ ਅਪਣਾਉਣਾ ਹੈ। ਤਾਂ ਫਿਰ ਸਵਾਲ ਇਹ ਹੈ ਕਿ ਇਹੋ ਜਿਹਾ ਮਜ਼ਬੂਤ ਸਿਸਟਮ ਬਣਦਾ ਕਿਵੇਂ ਹੈ? ਵੈਲ, ਹਰ ਵਧੀਆ ਟ੍ਰੇਡਿੰਗ ਸਿਸਟਮ 4 ਮਜ਼ਬੂਤ ਨੀਹਾਂ ਤੇ ਟਿਕਿਆ ਹੁੰਦਾ ਹੈ। ਇਹ 4 ਥੰਬ ਹੀ ਕਿਸੇ ਵੀ ਵਧੀਆ ਟ੍ਰੇਡਿੰਗ ਬਲੂਪ੍ਰਿੰਟ ਦਾ ਆਧਾਰ ਹੁੰਦੇ ਨੇ। ਇਹ 4 ਹਿੱਸੇ ਹਨ। ਸਭ ਤੋਂ ਪਹਿਲਾਂ ਐਂਟਰੀ ਰੂਲਸ, ਯਾਨੀ ਟ੍ਰੇਡ ਵਿੱਚ ਵੜਨਾ ਕਦੋਂ ਹੈ। ਦੂਜਾ ਐਗਜ਼ਿਟ ਰੂਲਸ, ਮਤਲਬ ਬਾਹਰ ਕਦੋਂ ਨਿਕਲਣਾ ਹੈ, ਚਾਹੇ ਮੁਨਾਫਾ ਹੋਵੇ ਜਾਂ ਨੁਕਸਾਨ। ਤੀਜਾ ਪੋਜੀਸ਼ਨ ਸਾਈਜ਼ਿੰਗ, ਕਿੰਨਾ ਪੈਸਾ ਇੱਕ ਟ੍ਰੇਡ ਤੇ ਲਾਉਣਾ ਹੈ। ਤੇ ਚੌਥਾ, ਜੋ ਕਿ ਸਭ ਤੋਂ ਜ਼ਰੂਰੀ ਹੈ, ਰਿਸਕ ਮੈਨੇਜਮੈਂਟ, ਯਾਨੀ ਆਪਣੀ ਪੂਰੀ ਪੂੰਜੀ ਨੂੰ ਬਚਾਉਣਾ। ਚਲੋ ਹੁਣ ਇਹਨਾਂ ਨੂੰ ਇੱਕ-ਇੱਕ ਕਰਕੇ ਸਮਝਦੇ ਹਾਂ। ਐਂਟਰੀ ਰੂਲਸ ਸਮਝੋ ਕਿ ਇਹ ਸਿਸਟਮ ਦੀ ਹਰੀ ਬੱਤੀ ਹਨ। ਇਹ ਉਹ ਪੱਕੀਆਂ ਸ਼ਰਤਾਂ ਹੁੰਦੀਆਂ ਨੇ ਜੋ ਬਿਲਕੁਲ ਸਾਫ਼-ਸਾਫ਼ ਦੱਸਦੀਆਂ ਨੇ ਕਿ ਹਾਂ, ਹੁਣ ਖਰੀਦਣ ਜਾਂ ਵੇਚਣ ਦਾ ਸਹੀ ਟਾਈਮ ਆ ਗਿਆ ਹੈ। ਇੱਥੇ ਅੰਦਾਜ਼ੇ ਦੀ ਕੋਈ ਥਾਂ ਨਹੀਂ ਹੁੰਦੀ। ਤੇ ਜਿੰਨਾ ਜ਼ਰੂਰੀ ਅੰਦਰ ਆਉਣਾ ਹੈ, ਉਨਾ ਹੀ ਜ਼ਰੂਰੀ ਬਾਹਰ ਨਿਕਲਣਾ ਵੀ ਹੈ। ਐਗਜ਼ਿਟ ਰੂਲਸ ਪਹਿਲਾਂ ਤੋਂ ਹੀ ਤੈਅ ਕੀਤੇ ਟੀਚੇ ਹੁੰਦੇ ਨੇ, ਕਿੱਥੇ ਮੁਨਾਫਾ ਬੁੱਕ ਕਰਨਾ ਹੈ ਤੇ ਜੇ ਟ੍ਰੇਡ ਗਲਤ ਹੋ ਜਾਵੇ ਤਾਂ ਕਿੱਥੇ ਨੁਕਸਾਨ ਕੱਟਣਾ ਹੈ। ਜਿੱਤ ਤੇ ਹਾਰ ਦੋਵਾਂ ਲਈ ਪਲਾਨ ਹੋਣਾ ਹੀ ਅਨੁਸ਼ਾਸਿਤ ਟ੍ਰੇਡਿੰਗ ਦੀ ਅਸਲੀ ਨਿਸ਼ਾਨੀ ਹੈ। अच्छा, पोजीशन साइजिंग का मतलब ये नहीं कि की खरीदना है, बल्कि ये है कि कितना खरीदना है। ये वो नियम है जो दसता है कि एक ट्रेड पे अपनी कितनी पूंजी लगानी चाहिए। याद रखो, एक ही ट्रेड 'ਚ ਵੱਡਾ ਨੁਕਸਾਨ ਪੂਰੀ ਗੇਮ ਖਤਮ ਕਰ ਸਕਦਾ ਹੈ। ਤੇ ਆਖਿਰ 'ਚ ਆਉਂਦਾ ਹੈ ਰਿਸਕ ਮੈਨੇਜਮੈਂਟ। ਇਸ ਨੂੰ ਆਪਣੇ ਪੂਰੇ ਟ੍ਰੇਡਿੰਗ ਸਿਸਟਮ ਦਾ ਮੇਨ ਸੇਫਟੀ ਸਵਿਚ ਸਮਝੋ। ਇਹ ਉਹ ਵੱਡੇ ਨਿਯਮ ਨੇ ਜੋ ਯਕੀਨੀ ਬਣਾਉਂਦੇ ਨੇ ਕਿ ਪੂਰੇ ਪੋਰਟਫੋਲੀਓ ਤੇ ਕਦੇ ਵੀ ਇੰਨਾ ਵੱਡਾ ਨੁਕਸਾਨ ਨਾ ਹੋਵੇ ਕਿ ਖੇਡ ਤੋਂ ਹੀ ਬਾਹਰ ਹੋਣਾ ਪੈ ਜਾਵੇ। ਠੀਕ ਹੈ, ਤਾਂ ਹੁਣ ਬਲੂਪ੍ਰਿੰਟ ਦੇ ਸਾਰੇ ਹਿੱਸੇ ਤਿਆਰ ਨੇ, ਪਰ ਅਸਲੀ ਪੈਸਾ ਲਾਉਣ ਤੋਂ ਪਹਿਲਾਂ ਇੱਕ ਬਹੁਤ ਜ਼ਰੂਰੀ ਕਦਮ ਹੈ, ਇਸ ਨੂੰ ਪਰਖਣਾ। ਜਿਵੇਂ ਇੱਕ ਇਮਾਰਤ ਬਣਾਉਣ ਤੋਂ ਪਹਿਲਾਂ ਉਸ ਦੇ ਡਿਜ਼ਾਈਨ ਨੂੰ ਹਰ ਤਰ੍ਹਾਂ ਦੇ ਦਬਾਅ ਲਈ ਟੈਸਟ ਕੀਤਾ ਜਾਂਦਾ, ਉਸੇ ਤਰ੍ਹਾਂ ਟ੍ਰੇਡਿੰਗ ਸਿਸਟਮ ਨੂੰ ਵੀ ਸਖਤੀ ਨਾਲ ਪਰਖਣਾ ਪੈਂਦਾ। ਇਸ ਜਾਂਚ ਨੂੰ ਕਹਿੰਦੇ ਨੇ ਬੈਕ ਟੈਸਟਿੰਗ। ਇਹ ਹੈ ਕਿ ਬਹੁਤ ਸੌਖਾ ਹੈ, ਆਪਾਂ ਆਪਣੀ ਟ੍ਰੇਡਿੰਗ ਸਟ੍ਰੈਟੇਜੀ ਨੂੰ ਪਿਛਲੇ ਕਈ ਸਾਲਾਂ ਦੇ ਡੇਟਾ ਤੇ ਚਲਾ ਕੇ ਦੇਖਦੇ ਹਾਂ। ਮਤਲਬ ਜੇ ਇਹੀ ਸਿਸਟਮ 5 ਜਾਂ 10 ਸਾਲ ਪਹਿਲਾਂ ਵਰਤਿਆ ਹੁੰਦਾ ਤਾਂ ਨਤੀਜਾ ਕੀ ਹੁੰਦਾ? ਇਸ ਨਾਲ ਪੂਰਾ ਕੱਚਾ ਚਿੱਠਾ ਸਾਹਮਣੇ ਆ ਜਾਂਦਾ ਹੈ। ਇਸ ਨੂੰ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਹੈ, ਇਸ ਨੂੰ ਆਪਣੀ ਟ੍ਰੇਡਿੰਗ ਸਟ੍ਰੈਟੇਜੀ ਲਈ ਇੱਕ ਫਲਾਈਟ ਸਿਮੂਲੇਟਰ ਸਮਝੋ। ਅਸਲੀ ਜਹਾਜ਼ ਉਡਾਉਣ ਤੋਂ ਪਹਿਲਾਂ ਪਾਇਲਟ ਸਿਮੂਲੇਟਰ 'ਚ ਹਜ਼ਾਰਾਂ ਘੰਟੇ ਪ੍ਰੈਕਟਿਸ ਕਰਦੇ ਨੇ। ਉਸੇ ਤਰ੍ਹਾਂ ਅਸਲੀ ਪੈਸਾ ਦਾਅ ਤੇ ਲਾਉਣ ਤੋਂ ਪਹਿਲਾਂ ਇੱਕ ਸਮਝਦਾਰ ਟ੍ਰੇਡਰ ਬੈਕ ਟੈਸਟਿੰਗ ਰਾਹੀਂ ਆਪਣੀ ਸਟ੍ਰੈਟੇਜੀ ਨੂੰ ਹਰ ਹਾਲਾਤ 'ਚ ਪਰਖਦਾ ਹੈ। ਬੈਕ ਟੈਸਟਿੰਗ ਤੋਂ ਬਾਅਦ ਆਪਣੇ ਕੋਲ ਬਹੁਤ ਸਾਰਾ ਡੇਟਾ ਆ ਜਾਂਦਾ ਹੈ ਤੇ ਇਸ ਡੇਟਾ ਦੇ ਆਧਾਰ ਤੇ ਆਪਾਂ ਆਪਣੇ ਸਿਸਟਮ ਨੂੰ ਗ੍ਰੇਡ ਦੇ ਸਕਦੇ ਹਾਂ, ਬਿਲਕੁਲ ਇੱਕ ਰਿਪੋਰਟ ਕਾਰਡ ਵਾਂਗ। ਚਲੋ 3 ਮੁੱਖ ਮਾਪਦੰਡਾਂ ਤੇ ਨਜ਼ਰ ਮਾਰੀਏ ਜੋ ਦੱਸਣਗੇ ਕਿ ਆਪਣਾ ਬਲੂਪ੍ਰਿੰਟ ਪਾਸ ਹੈ ਜਾਂ ਫੇਲ। ਪਹਿਲਾ ਗ੍ਰੇਡ ਹੈ ਵਿਨ ਰੇਟ, ਯਾਨੀ ਜੀਤ ਦੀ ਦਰ। ਇਹ ਸਿੱਧਾ ਦੱਸਦਾ ਹੈ ਕਿ ਆਪਣੇ ਕਿੰਨੇ % ਟ੍ਰੇਡ ਮੁਨਾਫੇ ਵਿੱਚ ਰਹੇ। ਜਿਵੇਂ 55% ਵਿਨ ਰੇਟ ਦਾ ਮਤਲਬ ਹੈ ਕਿ 100 ਵਿੱਚੋਂ 55 ਟ੍ਰੇਡ ਸਫਲ ਰਹੇ। ਪਰ ਯਾਦ ਰੱਖਣਾ, ਇਹ ਕਹਾਣੀ ਦਾ ਸਿਰਫ ਇੱਕ ਹਿੱਸਾ ਹੈ। ਦੂਜਾ ਅਤੇ ਸ਼ਾਇਦ ਸਭ ਤੋਂ ਜ਼ਰੂਰੀ ਮਾਪਦੰਡ ਹੈ ਰਿਸਕ ਰਿਵਾਰਡ ਰੇਸ਼ੀਓ। ਇਹ ਤੁਲਨਾ ਕਰਦਾ ਹੈ ਕਿ ਇੱਕ ਟ੍ਰੇਡ 'ਚ ਨੁਕਸਾਨ ਦਾ ਕਿੰਨਾ ਖਤਰਾ ਹੈ ਤੇ ਉਸ ਦੇ ਮੁਕਾਬਲੇ ਫਾਇਦਾ ਹੋਣ ਦੀ ਕਿੰਨੀ ਉਮੀਦ ਹੈ। ਇੱਕ ਚੰਗੇ ਸਿਸਟਮ 'ਚ ਹਮੇਸ਼ਾ ਫਾਇਦੇ ਦੀ ਉਮੀਦ ਨੁਕਸਾਨ ਦੇ ਖਤਰੇ ਤੋਂ ਕਾਫੀ ਜ਼ਿਆਦਾ ਹੋਣੀ ਚਾਹੀਦੀ ਹੈ। ਤੇ ਤੀਜਾ ਮਾਪਦੰਡ ਹੈ ਮੈਕਸਿਮਮ ਡਰਾ ਡਾਊਨ। ਇਹ ਦੱਸਦਾ ਹੈ ਕਿ ਸਭ ਤੋਂ ਮਾੜੇ ਦੌਰ 'ਚ ਆਪਣਾ ਪੋਰਟਫੋਲੀਓ ਉੱਪਰੋਂ ਥੱਲੇ ਤੱਕ ਸਭ ਤੋਂ ਵੱਧ ਕਿੰਨਾ ਡਿੱਗ ਗਿਆ ਸੀ। ਇਸ ਸਿਸਟਮ ਦਾ ਸਭ ਤੋਂ ਬੁਰਾ ਦੌਰ ਮਾਪਦਾ ਤੇ ਇਹ ਇੱਕ ਮਾਨਸਿਕ ਪ੍ਰੀਖਿਆ ਵੀ ਹੈ ਕਿ ਕੋਈ ਇੰਨਾ ਨੁਕਸਾਨ ਦੇਖ ਕੇ ਵੀ ਸਿਸਟਮ ਨਾਲ ਜੁੜਿਆ ਰਹਿ ਸਕਦਾ ਹੈ। ਇਸ ਲਈ ਜਦੋਂ ਇਹ ਸਾਰੇ ਹਿੱਸੇ ਇਕੱਠੇ ਜੁੜ ਜਾਂਦੇ ਨੇ, 4 ਮਜ਼ਬੂਤ ਥੰਬ, ਇੱਕ ਚੰਗੀ ਤਰ੍ਹਾਂ ਪਰਖਿਆ ਹੋਇਆ ਡਿਜ਼ਾਈਨ, ਤਾਂ ਇੱਕ ਜੁਆਰੀ ਤੋਂ ਆਰਕੀਟੈਕਟ ਬਣਨ ਦਾ ਸਫ਼ਰ ਪੂਰਾ ਹੁੰਦਾ ਹੈ।
ਫਿਰ ਵਾਰੀ ਆਉਂਦੀ ਏ ਪੂਰੇ ਵਿਸ਼ਵਾਸ ਨਾਲ ਆਪਣੇ ਬਲੂਪ੍ਰਿੰਟ ਨੂੰ ਲਾਗੂ ਕਰਨ ਦੀ। ਆਰਕੀਟੈਕਟ ਦੀ ਸੋਚ ਨੂੰ ਆਪਾਂ ਇਹਨਾਂ 4 ਸਿਧਾਂਤਾਂ 'ਚ ਸਮੇਟ ਸਕਦੇ ਹਾਂ। ਹਰ ਟ੍ਰੇਡ ਦੀ ਪਲੈਨਿੰਗ ਨਿਯਮਾਂ ਨਾਲ ਕਰੋ, ਉਸ ਪਲਾਨ ਨੂੰ ਪਿਛਲੇ ਡੇਟਾ ਤੇ ਚੰਗੀ ਤਰ੍ਹਾਂ ਪਰਖੋ, ਹਰ ਲੈਵਲ ਤੇ ਰਿਸਕ ਨੂੰ ਮੈਨੇਜ ਕਰੋ ਅਤੇ ਸਭ ਤੋਂ ਜ਼ਰੂਰੀ ਬਿਨਾਂ ਕਿਸੇ ਭਾਵਨਾ ਦੇ ਪੂਰੇ ਅਨੁਸ਼ਾਸਨ ਨਾਲ ਆਪਣੀ ਯੋਜਨਾ ਤੇ ਚੱਲੋ। ਤਾਂ ਹੁਣ ਜਦੋਂ ਬਲੂਪ੍ਰਿੰਟ ਦਾ ਖਾਕਾ ਤਿਆਰ ਹੈ, ਅਸਲ ਸਵਾਲ ਇਹ ਹੈ ਕਿ ਕੀ ਇਸ ਨੂੰ ਅਮਲ ਵਿੱਚ ਲਿਆਉਣ ਦੀ ਤਿਆਰੀ ਹੈ, ਕਿਉਂਕਿ ਅਨੁਸ਼ਾਸਨ ਅਤੇ ਇੱਕ ਮਜ਼ਬੂਤ ਯੋਜਨਾ ਨਾਲ ਹੀ ਟ੍ਰੇਡਿੰਗ ਦੀ ਦੁਨੀਆ ਵਿੱਚ ਸਫਲਤਾ ਦੀ ਨੀਂਹ ਰੱਖੀ ਜਾ ਸਕਦੀ ਹੈ।